ब्रेक तो बाद एक बार फिर तो ਤੁਹਾਡਾ ਸਵਾਗਤ ਹੈ। ਅਸੀਂ ਫੰਡ ਦਾ ਜ਼ਿਕਰ ਕਰ ਰਹੇ ਹਾਂ ਜੋ ਇਕੱਠਾ ਕੀਤਾ ਗਿਆ ਰਿਲੀਫ ਫੰਡ, ਮੁੱਖ ਮੰਤਰੀ ਰਿਲੀਫ ਫੰਡ ਤੇ ਉਸ ਨੂੰ ਲੈ ਕੇ ਹੁਣ ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਉਹ ਰਾਸ਼ੀ ਖਰਚ ਨਹੀਂ ਕੀਤੀ ਗਈ। ਮਹਿਮਾਨ ਵੱਖ-ਵੱਖ ਪਾਰਟੀਆਂ ਤੋਂ ਜੁੜੇ ਹੋਏ ਨੇ ਸਾਡੇ ਨਾਲ ਤੇ ਇਸ ਵਿਚਾਲੇ ਸਾਡੇ ਨਾਲ ਸੀਨੀਅਰ ਜਰਨਲਿਸਟ ਅਸ਼ਵਨੀ ਚਾਵਲਾ ਜੀ ਵੀ ਨੇ। ਚਾਵਲਾ ਜੀ, ਮੈਂ ਤੁਹਾਡੇ ਕੋਲ ਵੀ ਆਉਂਗਾ, ਪਰ ਇਸ ਵਿਚਾਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ ਕੈਪਟਨ ਸੰਦੀਪ ਸੰਧੂ ਜੀ, ਸਿਆਸੀ ਸਲਾਹਕਾਰ ਨੇ ਮੰਤਰੀ ਪੰਜਾਬ ਦੇ। ਸੰਧੂ ਸਾਹਿਬ, ਸਵਾਗਤ ਹੈ। ਚਰਚਾ ਹੋ ਰਹੀ ਹੈ ਕਿ ਆਖਿਰ ਕਿਉਂ ਫੰਡ ਦਾ ਇਸਤੇਮਾਲ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ। ਸਿੱਧਾ ਜਿਹਾ ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਹੈ ਕਿ ਫੰਡ ਦਾ ਇਸਤੇਮਾਲ ਕੀ ਕਰਨਾ ਜ਼ਰੂਰੀ ਸਰਕਾਰ ਫਿਲਹਾਲ ਨਹੀਂ ਸਮਝ ਰਹੀ। 64 ਕਰੋੜ ਰੁਪਇਆ ਬੈਂਕ ਦੇ ਵਿੱਚ ਰੱਖਣ ਦਾ ਫਾਇਦਾ ਕੀ ਹੋ ਰਿਹਾ? ਗੌਰਵ ਜੀ, ਇਹ ਜਿਹੜਾ ਫੰਡ ਹੈਗਾ ਕੋਵਿਡ ਦੇ ਜਿਹੜੇ ਇਸ਼ੂਜ਼ ਨੂੰ ਲੈ ਕੇ ਉਹਦੇ ਵਿੱਚ ਸਪੈਂਡ ਕਰ ਲਈ ਹੈ ਜੀ। ਕਈ ਲੋਕਾਂ ਨੇ ਆਪਦੀ ਨੇਕ ਕਮਾਈ ਤੋਂ, ਕਈ ਲੋਕਾਂ ਨੇ ਆਪਦੀ ਤਨਖਾਹ ਚੋਂ, ਹਰ ਇੱਕ ਨੇ ਆਪਦੀ ਕੰਟਰੀਬਿਊਸ਼ਨ ਕੀਤੀ ਹੈ ਤੇ ਤਕਰੀਬਨ 60 ਕਰੋੜ ਦੀ ਕੰਟਰੀਬਿਊਸ਼ਨ ਹੋਈ ਹੈ। ਉਹਦੇ ਵਿੱਚੋਂ ਕੋਈ 2.5 ਕਰੋੜ ਦੇ ਆਸ-ਪਾਸ ਕੋਵਿਡ ਦੀ ਜਿੱਥੇ ਕਿਤੇ ਜ਼ਰੂਰਤ ਪਈ ਉੱਥੇ ਦਿੱਤਾ ਵੀ ਗਿਆ। ਪਰ ਮੇਨ ਗੱਲ ਇਹ ਹੈ ਕਿ ਕੋਵਿਡ ਦੀ ਲੜਾਈ ਹਜੇ ਖਤਮ ਨਹੀਂ ਹੋਈ। ਤੁਸੀਂ ਦੇਖ ਰਹੇ ਹੋ ਕਿ ਇੰਡੀਆ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਕੇਸਾਂ ਵਿੱਚ ਵਾਧਾ ਹੋ ਰਿਹਾ ਜੀ। ਔਰ ਇਹ ਸੰਭਾਵਿਕ ਸੀਗਾ। ਅੱਜ ਤੋਂ 6 ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਫਿਊ ਲਾਉਣ ਲੱਗੇ ਸੀ ਤੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਸੀ। ਉਹਨਾਂ ਨੇ ਸਤੰਬਰ ਦੀ ਇੱਕ ਗੱਲ ਕੀਤੀ ਸੀ ਤੇ ਉਦੋਂ ਸਾਰਿਆਂ ਨੇ ਜਿਹੜੇ ਵਿਰੋਧੀ ਪਾਰਟੀਆਂ ਦੇ ਹੈਗੇ ਆ, ਕਿਸੇ ਨੇ ਉਸਨੂੰ ਕਿਸ ਤਰੀਕੇ ਨਾਲ ਟਿੱਪਣੀ ਕੀਤੀ ਸੀ ਵੀ ਜੇ ਤਾਂ ਐਵੇਂ 15 ਦਿਨਾਂ ਦੀ ਗੱਲ ਹੈ, ਕਿਹੜੇ ਸਤੰਬਰ ਦੀਆਂ ਗੱਲਾਂ ਕਰੀ ਜਾਂਦੇ ਆ। ਸੋ ਜੋ ਮੈਂ ਕਹਿਣਾ ਚਾਹੁੰਦਾ ਇਸ ਫੰਡ ਨੂੰ ਲੈ ਕੇ ਕਿ ਇਸ ਫੰਡ ਦੀ ਜਿਹੜੀ ਜ਼ਰੂਰਤ ਹੈ ਔਰ ਇਸ ਫੰਡ ਦਾ ਜਿਹੜਾ ਲਾਉਣਾ ਹੈ ਕੋਵਿਡ ਪ੍ਰਤੀ ਜਿੱਥੇ ਜ਼ਰੂਰਤ ਹੈਗੀ ਆ ਉੱਥੇ ਲਾਉਣਾ ਹੈ। ਔਰ ਅੱਜ ਦੇ ਦਿਨ ਦੇ ਵਿੱਚ ਪੰਜਾਬ ਦੀ ਜਿਹੜੀ ਹੈਲਥ ਡਿਪਾਰਟਮੈਂਟ ਹੈ ਜਾਂ ਮੈਡੀਕਲ ਐਜੂਕੇਸ਼ਨ ਵਾਲੀ ਡਿਪਾਰਟਮੈਂਟ ਹੈ ਜਾਂ ਸਾਡਾ ਸਟੇਟ ਡਿਜ਼ਾਸਟਰ ਰਿਲੀਫ ਫੰਡ ਵਾਲਾ ਹੈਗਾ, ਉਸ ਦੇ ਵਿੱਚੋਂ ਵਰਤੋਂ ਹੋ ਰਹੀ ਹੈ। ਔਰ ਜਦੋਂ ਜ਼ਰੂਰਤ ਸਮਝੀ ਗਈ ਤਾਂ ਨਹੀਂ ਸੰਧੂ ਸਾਹਿਬ, ਬਾਕੀ ਸਾਰੇ ਵੀ ਸਿਆਸੀ ਆਗੂ ਇਹੀ ਤਰਕ ਦੇ ਰਹੇ ਨੇ ਕਿ ਜਦੋਂ 67 ਕਰੋੜ ਇਕੱਠਾ ਹੋ ਗਿਆ, ਹੋਰ ਜ਼ਰੂਰਤ ਪੈ ਗਈ ਤਾਂ ਲੋਕਾਂ ਨੇ ਹੋਰ ਦਾਨ ਦੇ ਦੇਣਾ। ਅਸੀਂ ਆਮ ਤੌਰ ਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਤਾਂ ਇੰਨੇ ਵੱਡੇ ਵੱਡੇ ਲੰਗਰ ਲੱਗਦੇ ਨੇ, ਇੱਕ ਵਾਰ ਸ਼ੁਰੂਆਤ ਤਾਂ ਕਰੋ, ਲੰਗਰ ਲੱਗਣਾ ਸ਼ੁਰੂ ਹੋਵੇ ਤੇ ਉਸ ਤੋਂ ਬਾਅਦ ਫਿਰ ਖਤਮ ਹੀ ਨਹੀਂ ਹੁੰਦਾ। ਲੋਕਾਂ ਨੂੰ ਖੁਦ ਕਹਿਣਾ ਪੈਂਦਾ ਕਿ ਠੀਕ ਹੈ ਤੁਸੀਂ ਹੋਰ ਨਾ ਦਵੋ ਜੀ, ਅਸੀਂ ਲੰਗਰ ਅੱਜ ਤੱਕ ਹੀ ਚਲਾਉਣਾ ਸੀ। ਮੈਂ ਦੇ ਰਿਹਾ ਕਿ ਜੇਕਰ 67 ਕਰੋੜ ਇਕੱਠਾ ਹੋ ਗਿਆ ਤਾਂ ਹੋਰ ਵੀ ਹੋ ਜਾਣਾ ਸੀ। ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਿਤ ਕਿਉਂ ਹੈ ਕਿ ਖਤਮ ਨਾ ਹੋ ਜਾਣ? ਨਹੀਂ, ਬਿਲਕੁਲ ਸਰਕਾਰ ਇਸ ਗੱਲ ਤੇ ਚਿੰਤਿਤ ਨਹੀਂ। ਪਰ ਜਦੋਂ 3 ਡਿਪਾਰਟਮੈਂਟ ਜਾਂ 3 ਏਰੀਅਲ ਦੇ ਵਿੱਚੋਂ ਅੱਜ ਦੇ ਦਿਨ ਦੇ ਵਿੱਚ ਜਿੱਥੇ ਜਿੱਥੇ ਜ਼ਰੂਰਤ ਪੈ ਰਹੀ ਹੈ ਉੱਥੇ ਖਰਚਾ ਹੋ ਰਿਹਾ, ਫਿਊਚਰ ਪਲੈਨਿੰਗ ਲਈ ਚੀਜ਼ਾਂ ਲਿੱਤੀਆਂ ਜਾ ਰਹੀਆਂ ਹੈਗੀਆਂ, ਜਦੋਂ ਕਿਤੇ ਕਿ ਜ਼ਰੂਰਤ ਪਏਗੀ ਤਾਂ ਜ਼ਰੂਰ ਇਸ ਨੂੰ ਵਰਤਿਆ ਜਾਊਗਾ। ਤੁਸੀਂ ਕਹਿ ਰਹੇ ਹੋ ਕਿ ਜ਼ਰੂਰਤ ਪਈ ਨਹੀਂ ਹੁਣ ਤੱਕ? ਬਿਲਕੁਲ, ਹਜੇ ਜਿੱਥੇ ਦੇਖੋ ਜਿਵੇਂ ਕੁਛ ਰਾਸ਼ੀ ਇਸ ਦੇ ਵਿੱਚੋਂ ਬਾਹਰ ਗਈ ਹੈ, ਜ਼ਰੂਰਤ ਅਨੁਸਾਰ ਸ਼ੁਰੂ ਚ ਜਦੋਂ ਆਏ ਆ ਉਦੋਂ ਦਿੱਤੀ ਗਈ ਹੈ। ਠੀਕ ਹੈ, ਪਰ ਜਦੋਂ ਮੈਂ ਕਿਹਾ ਪਾਰਟ ਆਫ ਰਿਸੋਰਸਿਸ ਹੈ, ਕੋਵਿਡ ਤੇ ਖਰਚਾ ਹੋਣਾ, ਕਿਤੇ ਹੋਰ ਨਹੀਂ ਲੱਗ ਸਕਦਾ। ਕੋਵਿਡ ਦੀ ਲੜਾਈ ਹਜੇ ਜਾਰੀ ਹੈ। ਜਿਹੜੀ ਸਰਕਾਰ ਦੇ ਪ੍ਰਬੰਧ ਹੈ, ਸਰਕਾਰ ਦੀ ਜਿਹੜੀ ਤਿਆਰੀ ਹੈ, ਉਹਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ। ਜਿੱਥੇ ਜ਼ਰੂਰਤ ਹੋਊਗੀ ਉੱਥੇ ਇਸ ਨੂੰ ਲੱਗਿਆ ਲਾਇਆ ਜਾਊਗਾ। ਸੰਧੂ ਸਾਹਿਬ ਫੋਨ ਲਾਈਨ ਤੇ ਸਾਡੇ ਨਾਲ ਰਹੋ। ਸਾਡੇ ਨਾਲ ਅਸ਼ਵਨੀ ਚਾਵਲਾ ਜੀ ਨੇ। ਚਾਵਲਾ ਸਾਹਿਬ, ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਜਿਹੜੀ ਆਰਟੀਏ ਦੇ ਜ਼ਰੀਏ ਤੁਹਾਡੇ ਕੋਲ ਜਾਣਕਾਰੀ ਆਈ ਹੈ ਕਿ ਉਸ ਦੇ ਵਿੱਚ ਮੈਂਸ਼ਨ ਸੀ ਕਿ ਕਿੰਨੀ ਦੇਰ ਦੇ ਵਿੱਚ ਇਹ 67 ਕਰੋੜ ਰੁਪਏ ਇਕੱਠਾ ਹੋ ਗਿਆ, ਕਿ ਵਾਕਈ ਬਹੁਤ ਟਾਈਮ ਲੱਗ ਗਿਆ ਇਸ 67 ਕਰੋੜ ਰੁਪਏ ਇਕੱਠਾ ਹੁੰਦੇ ਹੁੰਦੇ? ਮੈਂ ਬੋਲ ਨਹੀਂ ਕਰਦੀ, ਆਵਾਜ਼ ਨਹੀਂ ਤਾਂ ਕਲੀਅਰ ਨਹੀਂ ਆ ਰਹੀ, ਮੈਨੂੰ ਸਮਝ ਨਹੀਂ ਆਇਆ ਤੁਸੀਂ ਕੀ ਬੋਲਿਆ, ਕੀ ਕੁਐਸਚਨ ਕੀਤਾ ਤੁਸੀਂ? ਮੈਂ ਇਹ ਜਾਣਨਾ ਚਾਹੁੰਦਾ ਕਿ ਇਹ 67 ਕਰੋੜ ਰੁਪਏ ਤੁਹਾਨੂੰ ਆਰਟੀਏ ਦੇ ਜ਼ਰੀਏ ਵੀ ਪਤਾ ਲੱਗਿਆ ਕਿ ਕਿੰਨੀ ਦੇਰ ਦੇ ਵਿੱਚ ਇਕੱਠਾ ਹੋਇਆ, ਕਿੰਨੇ ਮਹੀਨੇ ਲੱਗੇ ਇਸ ਨੂੰ ਇਕੱਠਾ ਕਰਨ ਨੂੰ, ਯਾਨੀ ਕਿ ਜਿਹੜਾ ਦਾਨ ਆਇਆ ਉਹ ਕਿੰਨੀ ਦੇਰ ਚ ਇਕੱਠਾ ਹੋਇਆ? ਸੀਐਮ ਸਾਹਿਬ ਨੇ ਲਗਭਗ ਮਾਰਚ ਐਂਡ ਚ ਅਨਾਉਂਸਮੈਂਟ ਕਰਤੀ ਸੀ ਕਿ ਕੋਵਿਡ ਰਿਲੀਫ ਫੰਡ ਬਣ ਜਾ ਰਿਹਾ ਹੈ ਜੀ। ਆਮ ਬੰਦਾ, ਉਦਯੋਗਪਤੀ, ਪੋਲੀਟੀਕਲ ਲੀਡਰ ਇਹਦੇ ਵਿੱਚ ਦਾਨ ਕਰਨ ਤਾਂ ਕਿ ਇਹਨੂੰ ਖਰਚ ਕੀਤਾ ਜਾ ਸਕੇ। ਇਹ ਮਾਰਚ ਐਂਡ ਵਿੱਚ ਸਟਾਰਟ ਹੋਇਆ ਸੀਗਾ। ਮੇਰੀ ਜਿਹੜੀ ਆਰਟੀ ਹੈ ਉਹ 30 ਜੂਨ ਤੱਕ ਦੀ ਹੈ। 30 ਜੂਨ ਤੱਕ ਸਟੇਟ ਗਵਰਨਮੈਂਟ ਕੋਲ 67 ਕਰੋੜ ਰੁਪਇਆ ਪਹੁੰਚ ਗਿਆ। ਉਹਦੇ ਵਿੱਚੋਂ 2 ਕਰੋੜ 28 ਲੱਖ ਰੁਪਇਆ ਸਟੇਟ ਗਵਰਨਮੈਂਟ ਨੇ ਖਰਚਿਆ ਹੈ। ਉਹਦੇ ਵਿੱਚ 2 ਤਰੀਕਿਆਂ ਦਾ ਖਰਚਾ ਕੀਤਾ ਗਿਆ। ਇੱਕ ਤਾਂ ਟਰਾਂਸਪੋਰਟੇਸ਼ਨ ਤੇ ਖਰਚ ਕੀਤਾ ਹੈ, ਜਿਹੜੇ ਕਿ ਨਦੇੜ ਸਾਹਿਬ ਸਾਡੇ ਸੰਗਤਾਂ ਨੂੰ ਫਸ ਗਏ ਸੀਗੇ, ਕੁਝ ਕੋਟਾ ਤੋਂ ਸਟੂਡੈਂਟ ਲਿਆਏ ਗਏ, ਕੁਝ ਤਮਿਲਨਾਡੂ ਤੋਂ ਪੰਜਾਬੀ ਸੀ 34 ਉਹਨਾਂ ਨੂੰ ਲਿਆਇਆ ਗਿਆ। ਟਰਾਂਸਪੋਰਟ ਦੇ ਕਰੀਬ 2 ਕਰੋੜ ਰੁਪਇਆ ਖਰਚਿਆ ਗਿਆ ਤੇ 35 ਲੱਖ ਰੁਪਇਆ ਅਨਿਲ ਕੋਹਲੀ ਦੇ ਪਰਿਵਾਰ ਨੂੰ ਸਹਾਇਤਾ ਦੇ ਤੌਰ ਤੇ ਦਿੱਤਾ ਗਿਆ ਸੀਗਾ। ਇਹ ਸਾਰਾ ਇਕੱਠਾ ਹੋਇਆ 4 ਮਹੀਨੇ ਤੇ ਖਰਚ 2 ਜਗ੍ਹਾ ਹੈ ਸਿਰਫ। ਠੀਕ ਹੈ, ਅਰੋੜਾ ਸਾਹਿਬ, ਅਮਨ ਅਰੋੜਾ ਜੀ ਵੀ ਸਾਡੇ ਨਾਲ ਨੇ। ਸੰਧੂ ਸਾਹਿਬ ਦਾ ਤਰਕ ਹੈ ਕਿ ਅਜੇ ਜ਼ਰੂਰਤ ਹੀ ਨਹੀਂ ਪਈ,
ਕੋਵਿਡ ਦੇ ਲਈ ਇਹ ਪੈਸਾ ਵਰਤਿਆ ਜਾਣਾ, ਜੇ ਜ਼ਰੂਰਤ ਹੀ ਨਹੀਂ ਪਈ, ਜਦੋਂ ਜ਼ਰੂਰਤ ਪਏਗੀ ਤਾਂ ਅਸੀਂ ਖਰਚ ਕਰ ਦਾਂਗੇ। ਇਸ ਦੇ ਵਿੱਚ ਚਿੰਤਾ ਕਰਨ ਵਾਲੀ ਗੱਲ ਹੀ ਕੋਈ ਨਹੀਂ ਹੈਗੀ ਕਿ ਅਸੀਂ ਇਕੱਠੇ ਕੀਤੇ ਸੀ, ਕੋਵਿਡ ਦੇ ਲਈ ਹੈਗੇ ਨੇ, ਜ਼ਰੂਰਤ ਪਏਗੀ ਤਾਂ ਅਸੀਂ ਖਰਚ ਕਰ ਦਾਂਗੇ, ਫਿਲਹਾਲ ਨਹੀਂ ਪਈ ਜ਼ਰੂਰਤ। ਦੇਖੋ ਗੌਰਵ ਜੀ, ਚਲੋ ਪਹਿਲੇ ਤਾਂ ਇਸ ਗੱਲ ਦਾ ਸ਼ੁਕਰ ਹੈ ਕਿ ਸੰਧੂ ਸਾਹਿਬ ਨੇ ਕਿਹਾ ਜ਼ਰੂਰਤ ਨਹੀਂ ਪਈ, ਨਾ ਹੀ ਪਵੇ। ਮੈਂ ਕਹਿਣਾ ਪਰ ਸਵਾਲ ਇਹ ਹੈ ਕਿ ਪਹਿਲਾਂ ਇੰਨਾ ਹੱਲਾ ਕਿਉਂ ਮਚਾਇਆ ਜਦੋਂ ਅਸੀਂ ਪੁੱਛਦੇ ਸੀ ਪੀਪੀ ਕਿੱਟਾਂ ਦਾ, ਵੈਂਟੀਲੇਟਰਾਂ ਦਾ, ਮਾਸਕਾਂ ਦਾ, ਤੇ ਜਿਹੜੇ ਫਰੰਟਲਾਈਨ ਵਾਰੀਅਰਸ ਨੂੰ ਉਹਨਾਂ ਨੂੰ ਭੱਤੇ ਤਨਖਾਹਾਂ ਦੇਣ ਦਾ। ਉਦੋਂ ਕਹਿੰਦੇ ਸੀ ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ, ਤੇ ਹੁਣ ਕਹਿੰਦੇ ਨੇ ਇਹ ਕਿ ਲੋੜ ਨਹੀਂ ਪਈ ਹੈਗੀ। ਮੈਂ ਸਮਝਦਾ ਕਿ ਅੱਜ ਪੰਜਾਬ ਦੇ ਹਜ਼ਾਰਾਂ ਸੈਂਕੜਿਆਂ ਡੋਨਰਾਂ ਦੀ ਤਰ੍ਹਾਂ ਮੈਂ ਵੀ ਠੱਗਾ ਹੋਇਆ ਮਹਿਸੂਸ ਕਰ ਰਿਹਾ, ਕਿਉਂਕਿ ਅਸੀਂ ਲੋਕਾਂ ਨੇ ਵੀ ਆਪਦੇ ਸਾਲ ਸਵਾ ਸਾਲ ਦੀ ਤਨਖਾਹ ਦੇ ਵਿੱਚੋਂ 30% ਹੈ ਜਿਹੜਾ ਉਹ ਸਰਕਾਰ ਨੂੰ ਦਿੱਤਾ। ਇਹ ਸੋਚ ਕੇ ਦਿੱਤਾ, ਇਹ ਸਮਝ ਕੇ ਦਿੱਤਾ ਕਿ ਅੱਜ ਸਰਕਾਰ ਨੂੰ ਤੇ ਪੰਜਾਬ ਨੂੰ ਲੋੜ ਹੈ। ਜੇ ਇਹਨਾਂ ਨੂੰ ਲੋੜ ਹੀ ਨਹੀਂ ਸੀਗੀ ਤੇ ਫਿਰ ਇਹਨਾਂ ਨੇ ਫੰਡ ਕ੍ਰੀਏਟ ਕਿਉਂ ਕੀਤਾ? ਨੰਬਰ 1, ਤੇ ਇਹਦੇ ਨਾਲ ਤਾਂ ਬੈਟਰ ਇਹ ਸੀਗਾ ਕਿ ਅਸੀਂ ਲੋਕ, ਕਿਉਂਕਿ ਅੱਜ ਰਿਸੋਰਸਿਸ ਨੇ ਜਿਹੜੇ ਕਰੋਨਾ ਕਰਕੇ ਸਾਰਿਆਂ ਦੇ ਟਾਈਟ ਨੇ, ਇਕੱਲੇ ਸਰਕਾਰ ਦੇ ਥੋੜ੍ਹਾ ਟਾਈਟ ਨੇ। ਇਹਦੇ ਨਾਲ ਬੈਟਰ ਇਹ ਸੀਗਾ ਕਿ ਅਸੀਂ ਲੋਕ ਆਪਣੇ ਆਪਦੇ ਹੱਥੀਂ ਦਾਨ ਕਰ ਦਿੰਦੇ ਜੇ ਸਰਕਾਰ ਨੂੰ ਲੋੜ ਹੀ ਨਹੀਂ ਸੀਗੀ। ਔਰ ਮੈਂ ਇਸ 'ਚ ਇੱਕ ਗੱਲ ਗੌਰਵ ਜੀ ਹੋਰ ਕਹਿਣੀ ਚਾਹੂੰਗਾ ਕਿ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹੈਗੀ, ਜਿਵੇਂ ਇਸ ਆਰਟੀਆਈ ਦੇ ਵਿੱਚ ਚਾਵਲਾ ਸਾਹਿਬ ਨੇ ਦੱਸਿਆ ਕਿ ਤਕਰੀਬਨ 2 ਕਰੋੜ ਹੈ ਜਿਹੜਾ ਉਹ ਪੀਆਰਟੀਸੀ ਨੂੰ ਯਾਨੀ ਕਿ ਸਰਕਾਰੀ ਬੱਸਾਂ ਨੂੰ ਦਿੱਤਾ ਗਿਆ ਹੈ। ਇਹਦਾ ਮਤਲਬ ਕਿ ਸਰਕਾਰ ਨੇ ਸਿਰਫ ਕ੍ਰੈਡਿਟ ਲੈਣ ਵਾਲੀ ਗੱਲ ਕੀਤੀ। ਜੇ ਸਰਕਾਰ ਆਪਦੀਆਂ ਬੱਸਾਂ ਭੇਜ ਕੇ ਉਹ 'ਚ ਇਕੱਲਾ ਤੇਲ ਨਹੀਂ ਪਵਾ ਸਕੀ ਹੈਗੀ ਤੇ ਫਿਰ ਇਹਦਾ ਮਤਲਬ ਸਾਰਾ ਲੋਕਾਂ ਦੇ ਉੱਪਰ ਹੀ ਬੋਝ ਪਾਇਆ ਜਾਂਦਾ ਹੈ ਕਿ ਸਰਕਾਰ ਆਪਦੀਆਂ ਬੱਸਾਂ ਜੇ ਕੋਈ ਕਲਿੱਕਰ ਰਹੇਗੀ ਸਰਕਾਰ ਦੇ। ਠੀਕ ਹੈ, ਮੈਂ ਜਵਾਬ ਲੈ ਲਾਂ। ਅਰੋੜਾ ਸਾਹਿਬ ਤੁਸੀਂ ਪੁਆਇੰਟ ਜਿਹੜਾ ਚੁੱਕਿਆ, ਸੰਧੂ ਸਾਹਿਬ ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੋਵੇ, ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਆਖਿਰ ਪੀਆਰਟੀਸੀ ਵਾਲਾ ਇਸ਼ੂ ਜੋ ਅਰੋੜਾ ਜੀ ਨੇ ਚੁੱਕਿਆ, ਤੇ ਦੂਜੇ ਪਾਸੇ ਕਿਉਂਕਿ ਆਪਾਂ ਜਿਹੜੀ ਪਲੈਨਿੰਗ ਕਰਦੇ ਹਾਂ, ਤੁਸੀਂ ਜ਼ਿਆਦਾ ਬਿਹਤਰ ਚੀਜ਼ਾਂ ਨੂੰ ਸਮਝਦੇ ਹੋ ਕਿ ਅਗਲੇ 2 ਮਹੀਨਿਆਂ ਦੀ, 6 ਮਹੀਨਿਆਂ ਦੀ ਜਿਵੇਂ ਸੋਚ ਕੇ, ਕਿਉਂਕਿ ਸਤੰਬਰ ਦੇ ਵਿੱਚ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਪੀਕ ਦੇ ਉੱਤੇ ਹੋਏਗਾ, ਤਾਂ ਕੀ ਵੈਂਟੀਲੇਟਰਸ ਦੇ ਉੱਤੇ ਪੈਸਾ ਨਹੀਂ ਖਰਚ ਕੀਤਾ ਜਾ ਸਕਦਾ ਸੀ? ਬੇਸ਼ੱਕ ਸਾਡੇ ਕੋਲ ਅੱਜ ਵੈਂਟੀਲੇਟਰਸ ਮੌਜੂਦਾ ਹਿਸਾਬ ਦੇ ਨਾਲ ਬਹੁਤ ਹੋਣ, ਕਿਉਂਕਿ ਹਾਲਾਤ ਵਿਗੜ ਸਕਦੇ ਨੇ, ਕਿ ਵੈਂਟੀਲੇਟਰਾਂ ਉੱਤੇ ਨਹੀਂ ਖਰਚ ਕੀਤਾ ਜਾ ਸਕਦਾ ਸੀ। ਪੀਪੀ ਕਿੱਟਾਂ ਨੂੰ ਲੈ ਕੇ ਬਹੁਤ ਰੌਲਾ ਪਿਆ ਹੈ, ਇੱਥੋਂ ਤੱਕ ਕਿ ਘਪਲੇ ਦੇ ਵੀ ਇਲਜ਼ਾਮ ਲੱਗ ਗਏ ਜੋ ਪੈਸਾ ਦਿੱਤਾ ਗਿਆ ਐਮਪੀ ਲੈਡ ਫੰਡ ਦੇ ਵਿੱਚੋਂ। ਗੁਰਜੀਤ ਔਜਲਾ ਤੁਹਾਡੀ ਪਾਰਟੀ ਦੇ ਐਮਪੀ ਨੇ, ਤਾਂ ਸਵਾਲ ਤਾਂ ਇਹੀ ਹੈ ਕਿ ਖਰਚ ਕਰਨ ਨੂੰ ਤਾਂ ਬਹੁਤ ਸਾਰੇ ਖੁੰਝੇ ਦਿਖਦੇ ਨੇ। ਗੌਰਵ ਜੀ ਮੈਂ ਜਵਾਬ ਦੇਵਾਂ? ਬਿਲਕੁਲ ਗੌਰਵ ਜੀ, ਇਸ ਤਰ੍ਹਾਂ ਹੈਗਾ ਕਿ ਅਮਨ ਜੀ ਨੇ ਬੜੀ ਅੱਛੀ ਤਕਰੀਰ ਕੀਤੀ ਜਦੋਂ ਕਿ ਇਹ ਬਿਮਾਰੀ ਆਈ, ਔਰ ਅੱਜ ਤੱਕ ਵੀ ਇਹ ਜਿਹੜੀ ਬਿਮਾਰੀ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਦਿਨੋਂ ਦਿਨ ਬਦਲਦੀ ਰਹਿ ਰਹੀ ਹੈ। ਜਿੱਦਣ ਜ਼ਰੂਰਤ, ਜਦੋਂ ਇਹ ਸ਼ੁਰੂਆਤ ਹੋਈ ਉਦੋਂ ਜਿਸ ਕਿਸਮ ਦੀ ਇਨਫੋਰਮੇਸ਼ਨ ਅਵੇਲੇਬਲ ਹੋਈ ਉਸ ਕਿਸਮ ਦੀ ਅਪੀਲਾਂ ਹੋਈਆਂ ਔਰ ਉਸ ਕਿਸਮ ਦਾ ਪ੍ਰੀਪੇਅਰਡਨੈਸ ਜਿਹਨੂੰ ਕਹਿੰਦੇ ਆ ਤਿਆਰੀ ਸ਼ੁਰੂ ਕਰ ਦਿੱਤੀ ਗਈ। ਗੱਲਾਂ ਚਾਵਲਾ ਸਾਹਿਬ ਦੀ ਜਿਹੜੀ ਆਰਟੀਆਈ ਮੁਤਾਬਿਕ ਉਹ ਹੈ ਕਿ ਜੀ ਇਹਨਾਂ ਨੇ ਜਿਹੜੇ ਨੰਦੇੜ ਦੇ ਯਾਤਰੀ ਸੀਗੇ ਜਾਂ ਜਿਹੜੇ ਤਾਮਿਲਨਾਡੂ 'ਚ ਫਸੇ ਸੀ ਜਾਂ ਜਿਹੜੇ ਆਪਣੇ ਫਰੰਟ ਲਾਈਨ ਵੈਰੀਅਰ ਤੋਂ ਜਿਹੜੇ ਕੋਹਲੀ ਸਾਹਿਬ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਇਸ ਨਾਲ ਲੜਾਈ ਲੜਦਿਆਂ ਹੋਇਆਂ, ਉਹਨਾਂ ਦੇ ਵਰਤੀ ਗਈ। ਜਿਹੜਾ ਸੀਐਮ ਰਿਲੀਫ ਫੰਡ ਹੁੰਦਾ ਸਰ, ਇਟ ਇਜ਼ ਅ ਬੈਕਅਪ ਫੰਡ। ਮੇਨ ਰਿਸੋਰਸਿਸ ਜਿਹੜੇ ਗਵਰਨਮੈਂਟ ਦੇ ਹੈਗੇ ਆ, ਡਿਪਾਰਟਮੈਂਟ ਵਾਈਜ਼ ਜਿਹੜੇ ਹੈਡ ਬਣਦੇ ਆ, ਉਹਦੇ ਵਿੱਚੋਂ ਇਸ ਦੀ ਜ਼ਰੂਰਤ ਜਿਹੜੀ ਜੋ ਜ਼ਰੂਰਤਾਂ, ਭਾਵੇਂ ਪੀਪੀ ਕਿਟਸ, ਭਾਵੇਂ ਵੈਂਟੀਲੇਟਰ, ਭਾਵੇਂ ਬੈੱਡ ਤਿਆਰ ਕਰਨੇ, ਭਾਵੇਂ ਮਾਸਕ, ਸੈਨੀਟਾਈਜ਼ਰ, ਕਿਸੇ ਚੀਜ਼ ਦੀ ਕਮੀ ਹੈ ਹੀ ਨਹੀਂ ਅੱਜ ਦੇ ਦਿਨ ਪੰਜਾਬ ਦੇ ਵਿੱਚ। ਜਦੋਂ ਜ਼ਰੂਰਤ ਪਈ ਇਸ ਚੀਜ਼ ਨੂੰ ਵੀ ਵਰਤਿਆ ਜਾਊਗਾ। ਕੌਣ ਕਹਿ ਰਿਹਾ ਕਿ ਜੀ ਲੋੜ ਨਹੀਂ ਜੀ? ਕਿ ਕੱਚੇ ਕੋ ਕਿਸੇ ਇੱਕ ਆਵਾਜ਼ ਸੀ ਅਮਨ ਜੀ ਦੀ ਪਾਰਟੀ ਦੀ, ਜਦੋਂ ਆਲ ਪਾਰਟੀ ਮੀਟਿੰਗ ਹੋਈਆਂ ਸਾਰਿਆਂ ਨੇ ਇਕੱਠੇ ਲੜਨ ਦਾ ਫੈਸਲਾ ਕੀਤਾ। ਸੀਐਮ ਸਾਹਿਬ ਦਾ ਇਹ ਰਿਲੀਫ ਕੋਵਿਡ ਫੰਡ ਸਥਾਪਿਤ ਹੋਇਆ, ਉਹਦੇ ਵਿੱਚ ਸਭ ਨੇ ਕੰਟਰੀਬਿਊਟ ਕੀਤਾ ਔਰ ਪਾਰਦਰਸ਼ੀ ਤਰੀਕੇ ਨਾਲ ਕੁਝ ਪੈਸਾ ਆਇਆ ਔਰ ਪਾਰਦਰਸ਼ੀ ਤਰੀਕੇ ਨਾਲ ਉੱਥੇ ਲੱਗ ਰਿਹਾ। ਕਿਸੇ ਦੇ ਘਰੇ ਤਾਂ ਕੋਈ ਗਿਆ ਨਹੀਂ ਔਰ ਐਟ ਦ ਸੇਮ ਟਾਈਮ ਕੋਈ ਸਰਕਾਰ ਦੀ ਕੋਈ ਪ੍ਰੀਪੇਅਰਡਨੈਸ ਦੀ ਕਮੀ ਨਹੀਂ। ਹੁਣ ਕੀ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਇਸ ਤੋਂ ਆਪਾਂ ਮੁੱਦਾ ਬਣਾ ਰਹੇ ਹਾਂ? ਚਲੋ ਠੀਕ ਹੈ, ਨਹੀਂ ਇਹੀ ਵਿਰੋਧੀ ਪੁੱਛ ਰਹੇ ਨੇ ਕਿ 64 ਕਰੋੜ ਰੁਪਏ ਖਰਚ ਕਿਉਂ ਨਹੀਂ ਕੀਤਾ? ਤੁਸੀਂ ਕਹਿ ਰਹੇ ਹੋ ਕਿ ਹਰ ਚੀਜ਼ ਮੁਕੰਮਲ ਤੌਰ ਤੇ ਠੀਕ ਹੈ, ਕੋਈ ਦਿੱਕਤ ਹੈ ਨਹੀਂ, ਤਾਂ ਪੈਸੇ ਸਾਡੇ ਕੋਲ ਹੈਗੇ ਨੇ। ਸਾਡੇ ਨਾਲ ਮਨੋਰੰਜਨ ਕਾਲੀਆ ਜੀ ਵੀ ਹੈਗੇ ਨੇ, ਸਾਬਕਾ ਕੈਬਨਿਟ ਮੰਤਰੀ ਨੇ। ਕਾਲੀਆ ਸਾਹਿਬ, ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ, ਸਰਕਾਰ ਤੁਸੀਂ ਖੁਦ ਨਾਲ ਚਲਾਈ ਹੈ, ਕਿ ਵਾਕਈ ਇਸ ਤਰੀਕੇ ਨਾਲ ਜ਼ਰੂਰਤ ਨਹੀਂ ਹੁੰਦੀ, ਕਿ ਜ਼ਰੂਰਤ ਨਹੀਂ ਹੈ ਲੋਕਾਂ ਦਾ ਜੋ ਪੈਸਾ ਇਕੱਠਾ ਕਰਿਆ ਸੀ ਉਸ ਨੂੰ ਰਿਜ਼ਰਵ ਕਰਕੇ ਰੱਖ ਲਿਆ ਜਾਵੇ? ਦੇਖੋ ਇਸ ਦੇ ਵਿੱਚ ਇੱਕ ਹੋਰ ਸਵਾਲ ਵੀ ਮੈਂ ਜੋੜ ਦੇਵਾਂ, ਕਿਉਂਕਿ ਲੋਕ ਬਹੁਤ ਸਾਰੇ ਪੁੱਛ ਰਹੇ ਨੇ। ਲੋਕ ਕਹਿ ਰਹੇ ਨੇ ਕਿ ਪੀਐਮ ਕੇਅਰਸ ਫੰਡ ਦਾ ਤਾਂ ਆਰਟੀਆਈ ਦੇ ਜ਼ਰੀਏ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ ਕਿ ਪ੍ਰਧਾਨ ਮੰਤਰੀ ਫੰਡ ਦੇ ਵਿੱਚ ਕਿੰਨਾ ਪੈਸਾ ਆਇਆ, ਤੇ ਹੁਣ ਬੀਜੇਪੀ ਵਾਲੇ ਸਵਾਲ ਚੁੱਕ ਰਹੇ ਨੇ ਜੇ ਮੁੱਖ ਮੰਤਰੀ ਰਿਲੀਫ ਫੰਡ ਦੀ ਜਾਣਕਾਰੀ ਦੇ ਦਿੱਤੀ ਗਈ। ਕਾਲੀਆ ਜੀ, देखो गल है कि जित तक सवाल संधू साहब का है वो कहते हैं जिस हिसाब ਨਾਲ कह रहे हैं मतलब ऑल इज वैल कि सारी कोरोना की जी लड़ाई फाइट हैगी है वो बिल्कुल ठीक ढंग
ਲੜੀ ਜਾ ਰਹੀ ਹੈਗੀ ਹੈ। ਸੰਧੂ ਸਾਹਿਬ ਤੁਸੀਂ ਜਾ ਕੇ ਧਰਾਤਲ ਤੇ ਦੇਖੋ, ਤੁਸੀਂ ਜਿਹੜਾ ਨਹੀਂ ਅੰਦਰ ਚੰਡੀਗੜ੍ਹ 'ਚ ਬਹਿ ਕੇ ਗੱਲ ਨਾ ਕਰੋ, ਤੁਸੀਂ ਇੱਥੇ ਜਲੰਧਰ ਸਪੋਰਟਸ ਕਾਲਜ ਹੈ, ਉੱਥੇ ਹੁਣ ਕੁਆਰੰਟਾਈਨ ਜਿਹੜਾ ਹੈਗਾ ਸਾਰਾ ਉੱਥੇ ਬਣਾਇਆ ਹੈ, ਜਿਹੜਾ ਮੈਰੀਟੋਰੀਅਸ ਸਕੂਲ ਹੈਗਾ, ਹੁਣ ਉੱਥੇ ਟਾਇਲਟਾਂ ਨਹੀਂ ਸਾਫ਼, ਉੱਥੇ ਜਿਹੜੇ ਕੁਆਰੰਟਾਈਨ ਕੀਤੇ ਹੋਏ ਗਰਮੀ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਪ੍ਰੋਪਰ ਕੇਅਰ ਨਹੀਂ ਹੋ ਰਹੀ। ਸਵਾਲ ਇਹ ਹੈਗਾ ਕਿ ਅਸੀਂ 2 ਕਰੋੜ 28 ਲੱਖ ਰੁਪਇਆ ਖਰਚ ਕਰਕੇ ਫਿਰ ਤੁਸੀਂ ਜਿਹੜਾ ਹੈਗਾ ਸਿਰਫ ਟਰਾਂਸਪੋਰਟੇਸ਼ਨ ਤੇ ਖਰਚ ਕੀਤਾ ਮੇਜਰ ਫੰਡ। ਤਾਂ ਸਵਾਲ ਇਹ ਹੈਗਾ ਕਿ ਇਹ ਅਲਾਈਡ ਸਰਵਿਸਿਜ਼ ਹੈ, ਅਲਾਈਡ ਜਿਹੜੀ ਹੈਗੀ ਹੈ, ਸਵਾਲ ਤਾਂ ਜਿਹੜਾ ਮੇਨ ਜਿਹੜਾ ਸੀਗਾ ਕਿ ਕੋਰੋਨਾ ਦੇ ਉੱਤੇ ਤੁਸੀਂ ਵੈਂਟੀਲੇਟਰਸ ਤੇ ਖਰਚ ਕਰਦੇ, ਹਾਲੇ ਵੀ ਸ਼ਾਰਟੇਜ ਹੈਗੀ ਹੈ, ਵਸਤੂ ਸਥਿਤੀ ਇਹ ਹੈਗੀ ਹੈ। ਤਾਂ 100 ਪੀਪੀ ਕਿਟਸ ਦੀ ਜਿੱਦ ਤੱਕ ਤਾਲੁਕ ਇਹ ਹੈਗਾ, ਹਾਲੇ ਵੀ ਜਿਹੜਾ ਹੈ ਨਾ ਕਿ ਵੀ ਇਹਦੀ ਜ਼ਰੂਰਤ ਹੈਗੀ ਹੈ। ਸੋ ਉਸ ਨਾਤੇ ਤੁਸੀਂ ਸਵਾਲ ਹੈ ਕਿ ਸਿਰਫ ਤੁਸੀਂ 67 ਕਰੋੜ ਨਾਲ ਹੀ ਲੜਾਈ ਲੜਨੀ ਹੈ, ਦਾ ਮਤਲਬ ਕਿ ਸਿਰਫ ਤੁਸੀਂ ਜਿਹੜਾ ਹੈਗਾ ਕਿ ਇਸ ਲਈ ਬਚਾ ਕੇ ਰੱਖਿਆ ਕਿ ਵੀ ਅਗਾਂਹ ਲਈ ਸਵਾਲ ਹੈ ਤੁਸੀਂ ਇਸ ਨੂੰ ਜਿਹੜਾ ਕਾਲੀਆ ਸਾਹਿਬ ਉਹੀ ਤਾਂ ਪੁਆਇੰਟ ਕਹਿ ਰਹੇ ਨੇ, ਉਹੀ ਤਾਂ ਉਹ ਪੁਆਇੰਟ ਕਹਿ ਰਹੇ ਨੇ ਕਿ ਕੀ ਜੀ ਨਹੀਂ ਕਾਲੀਆ ਸਾਹਿਬ ਉਹੀ ਸੰਧੂ ਸਾਹਿਬ ਦਾ ਪੁਆਇੰਟ ਸੀ। ਉਹ ਕਹਿ ਰਹੇ ਨੇ ਕਿ ਅਸੀਂ 64 ਜਾਂ 67 ਕਰੋੜ ਦੇ ਨਾਲ ਤਾਂ ਨਹੀਂ ਲੜ ਰਹੇ, ਸਾਡੇ ਕੋਲ ਹੋਰ ਫੰਡ ਹੈਗੇ ਨੇ, ਹੋਰ ਸਰਕਾਰ ਦੇ ਫੰਡ ਹੈਗੇ ਨੇ, ਅਸੀਂ ਉਹਦੇ ਨਾਲ ਸਭ ਕੁਝ ਮੁਹੱਈਆ ਕਰਵਾ ਦਿੱਤਾ, ਇਸ ਕਰਕੇ ਅਸੀਂ ਫੰਡ ਯੂਜ਼ ਨਹੀਂ ਕੀਤੇ। 64 ਕਰੋੜ ਦਾ 64 ਕਰੋੜ ਬੈਠਾ ਹੈ ਸਾਡੇ ਕੋਲ, ਨਹੀਂ ਲੋੜ ਹੈਗੀ। ਨਹੀਂ ਜੀ ਨਹੀਂ, ਜੇ ਤੁਹਾਨੂੰ ਫੰਡ ਦੀ ਲੋੜ ਨਹੀਂ ਤੁਸੀਂ ਵਾਪਸ ਕਰ ਦਿਓ, ਕਿਉਂਕਿ ਲੈਂਡ ਜਿਸ ਤਰ੍ਹਾਂ ਜਦੋਂ ਲੈਂਡ ਐਕੁਜੀਸ਼ਨ ਹੁੰਦੀ ਹੈ ਇਟ ਹੈਜ਼ ਟੂ ਬੀ ਯੂਟਿਲਾਈਜ਼ਡ ਫॉर ਦਾ ਪਰਪਸ ਇਟ ਹੈਜ਼ ਬੀਨ ਐਕਵਾਇਰਡ। ਸੋ ਉਸ ਨਾਤੇ ਜਿਹੜਾ ਹੈਗਾ ਜੇ ਤੁਹਾਡੇ ਕੋਲ 67 ਕਰੋੜ ਨਹੀਂ ਖਰਚ ਹੋ ਰਿਹਾ, ਸਵਾਲ ਇਹ ਹੈਗਾ ਕਿ ਤੁਸੀਂ ਸਿਰਫ 67 ਕਰੋੜ ਨਾਲ ਲੜਾਈ ਲੜਨੀ, ਕਰੋਨਾ ਦੀ ਐਡੀ ਵੱਡੀ ਲੜਾਈ ਹੈ, ਇਹਦੇ ਵਿੱਚ ਤਾਂ ਜਿੰਨਾ ਸਹਿਯੋਗ ਕੀਤਾ ਜਾਵੇ ਉਹਨਾਂ ਥੋੜਾ। ਸੋ ਉਸ ਨਾਤੇ ਇਸ ਅਮਾਉਂਟ ਜਿਹੜਾ ਨਾ ਬੜਾ ਥੋੜਾ ਹੈ ਔਰ ਤੁਸੀਂ ਥੋੜਾ ਵੀ ਯੂਟਿਲਾਈਜ਼ ਨਹੀਂ ਕੀਤਾ। ਮੈਂ ਜਿਹੜੀ ਗੱਲ ਕਰ ਰਿਹਾ ਕਿ ਤੁਸੀਂ ਕਹਿੰਦੇ ਕਿ ਹੋਰ ਫੰਡ ਦੇ ਵਿੱਚ ਇਹਦਾ ਮਤਲਬ ਸਰਕਾਰ ਕੋਲ ਕੋਈ ਕਮੀ ਨਹੀਂ ਹੈ, ਡਿਜ਼ਾਸਟਰ ਰਿਲੀਫ ਫੰਡ ਜਿਹੜਾ ਹੈਗਾ ਆਇਆ ਹੋਇਆ ਉਹ ਤੁਹਾਡਾ ਪ੍ਰੋਪਰ ਯੂਟਿਲਾਈਜ਼ ਨਹੀਂ ਹੋਇਆ। ਤੁਸੀਂ ਆ ਕੇ ਦੇਖੋ ਤਾਂ ਸਹੀ ਕਿ ਜਿੱਥੇ ਕੁਆਰੰਟਾਈਨ ਕੀਤਾ ਉੱਥੇ ਹਾਲਾਤ ਕੀ ਲੋਕਾਂ ਦੇ, ਲੋਕੀ ਉੱਥੇ ਕੁਆਰੰਟਾਈਨ 'ਚ ਗਰਮੀ ਦੇ ਵਿੱਚ ਰਹਿ ਕਿੱਧਰ ਰਹੇ ਆ। ਤੁਸੀਂ ਕਹਿੰਦੇ ਕਿ ਠੀਕ ਹੈ, ਮੈਂ ਬਰਾੜ ਸਾਹਿਬ ਦਾ ਰਿਐਕਸ਼ਨ ਲੈਣਾ, ਸਨਲ ਚਰਨਜੀਤ ਬਰਾੜ ਵੀ ਹੈਗੇ ਨੇ। ਨਹੀਂ ਠੀਕ ਹੈ, ਤੁਸੀਂ ਜੋ ਪੁਆਇੰਟ ਚੁੱਕ ਰਹੇ ਹੋ, ਤੁਸੀਂ ਜਲੰਧਰ ਦਾ ਹਾਲ ਦੱਸ ਦਿੱਤਾ, ਖੁਦ ਜਲੰਧਰ ਤੋਂ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ ਕਾਲੀਆ ਜੀ। ਬਰਾੜ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਜੋ ਸੰਦੀਪ ਸੰਧੂ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ ਤਰਕ ਦੇ ਰਹੇ ਨੇ ਕਿ ਆਲ ਇਜ਼ ਵੈਲ ਹੈ, ਸਭ ਅਸੀਂ ਮੁਕੰਮਲ ਕਰ ਦਿੱਤੇ ਇੰਤਜ਼ਾਮ, ਉਸ ਦੇ ਵਿੱਚ ਤੁਹਾਨੂੰ ਦਮ ਨਜ਼ਰ ਆਉਂਦਾ ਹੈ? ਦੇਖੋ ਸੰਧੂ ਸਾਹਿਬ ਨੇ ਬੜੇ ਬਾਕਮਾਲ ਸ਼ਬਦਾਂ ਦੇ ਨਾਲ ਆਪਣੀ ਸਰਕਾਰ ਦਾ ਬਚਾਅ ਕਰਨਾ ਔਰ ਕੀਤਾ ਹੈ, ਪਰ ਮੇਰਾ ਇੱਕ ਸਵਾਲ ਹੈਗਾ ਕਿ ਸਰਕਾਰ ਕੋਲੇ ਫੰਡ ਆਪਣੇ ਹੈਗੇ, ਅੱਜ ਮੰਨ ਗਿਆ, ਨਹੀਂ ਤਾਂ ਕਹਿੰਦੇ ਸੀ ਖਜ਼ਾਨਾ ਖਾਲੀ ਹੈ। ਇੱਕ ਦੂਜੀ ਗੱਲ ਇੰਨੀ ਕੀ ਹੈ ਕਿ ਸਰਕਾਰ ਸਹੀ ਥਾਂ ਤੇ ਵਰਤੋਂ ਕਿਸੇ ਚੀਜ਼ ਦੀ ਨਹੀਂ ਕਰ ਲਈ। 6000 ਕਰੋੜ ਡਿਜ਼ਾਸਟਰ ਮੈਨੇਜਮੈਂਟ ਦਾ ਹੋਰ ਹੀ ਢੰਗ ਨਾਲ ਵਰਤ ਰਹੀ। 600 ਕਰੋੜ ਰੁਪਏ ਦੇ ਲਗਭਗ ਜੋ ਸਾਡੀ ਜਾਣਕਾਰੀ ਆ ਸਕੂਲਾਂ ਦੇ ਐਡਵਾਂਸ 'ਚ ਪੈਸੇ ਪਏ ਆ, ਜਿਹੜਾ ਕਿ ਹਾਈ ਕੋਰਟ ਬੱਚਿਆਂ ਦੇ ਪੇਰੈਂਟਸ ਜਾਂਦੇ ਰਹੇ, ਸਕੂਲ ਜਾਂਦੇ ਰਹੇ, ਉਹਨਾਂ ਬੱਚਿਆਂ ਨੂੰ ਕੋਈ ਰਿਲੀਫ ਨਹੀਂ ਮਿਲਿਆ। ਜੇ ਉਹ 600 ਕਰੋੜ ਰੁਪਇਆ ਜਾਰੀ ਕਰ ਸਕਦੀ ਸੀ ਸਰਕਾਰ ਇੱਕ ਕਲਮ ਦੇ ਦਸਤਖਤਾਂ ਦੇ ਨਾਲ, ਤੇ ਉਹ ਨਹੀਂ ਜਾਰੀ ਕੀਤਾ, ਸਕੂਲਾਂ ਵਾਲਿਆਂ ਨੂੰ ਕੋਈ ਰਿਲੀਫ ਨਹੀਂ ਦਿੱਤਾ। ਚਲੋ ਇਹਨਾਂ ਗੱਲਾਂ ਨੂੰ ਛੱਡ ਦਿਓ, ਮੈਂ ਉਸ ਪਾਸੇ ਜਾਂਦਾ ਨਹੀਂਗਾ। ਮੇਰਾ ਸਵਾਲ ਸੰਧੂ ਸਾਹਿਬ ਨੂੰ ਇੰਨਾ ਹੈ ਕਿ ਤੁਸੀਂ ਜਿੰਨੇ ਵੀ ਤੁਹਾਡੇ ਕੋਲੇ ਫੰਡ ਸੀ ਕਿਰਪਾ ਕਰਕੇ ਇਹ ਦੱਸ ਦੇਣ ਵੀ ਕਿੰਨੇ ਵੈਂਟੀਲੇਟਰ ਖਰੀਦ ਲਏ ਕੋਵਿਡ ਦੀ ਲੜਾਈ ਦੇ ਲਈ, ਕਿੰਨੇ ਨਵੇਂ ਬੈੱਡ ਤਿਆਰ ਕਰ ਲਏ ਜਾਂ ਕਿੰਨਾ ਕੀਤਾ, ਤਾਂ ਕਿ ਪੰਜਾਬ ਦੀ ਜਨਤਾ ਨੂੰ ਕੋਈ ਯਕੀਨ ਤੇ ਭਰੋਸਾ ਤਾਂ ਹੋਵੇ ਨਾ ਵੀ ਅਸੀਂ ਆਹ ਕੁਝ ਕਰ ਲਿਆ। ਸਾਡੇ ਕੋਲੇ ਤਾਂ ਖਬਰਾਂ ਇਹ ਆ ਰਹੀਆਂ ਕਿ ਜਿੰਨੇ ਵੈਂਟੀਲੇਟਰ ਹੈ 2 4 5 ਆ ਸਰਕਾਰ ਕੋਲੇ, ਬਾਕੀ ਸਾਰੇ ਹੀ ਪ੍ਰਾਈਵੇਟ ਕੋਲੇ ਆ। ਇਸ ਕਰਕੇ ਕਿਰਪਾ ਕਰਕੇ ਜੇ ਪੈਸੇ ਪਏ ਆ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਤੁਸੀਂ ਦੱਸਦੇ ਹੋ ਕਿ ਬਿਮਾਰੀ ਵੱਧ ਸਕਦੀ ਹੈ, ਅਸੀਂ ਵੀ ਖਦਸ਼ਾ ਜ਼ਾਹਰ ਕਰਦੇ ਹਾਂ ਤੁਹਾਡੇ ਨਾਲ, ਠੀਕ ਹੈ, ਪਰ ਇਹਦੇ ਲਈ ਸਾਨੂੰ ਤਿਆਰੀ ਲਈ ਸਰਕਾਰ ਜਾਣਕਾਰੀ ਤਾਂ ਦੇਵੇ ਨਾ ਵੀ ਕੀ ਕੀਤਾ। ਤੇ ਜੇ ਜਿਹੜੀ ਗੱਲ ਸਾਥ ਦੇਣ ਦੀ ਕੀਤੀ ਸੀ, ਸਾਥ ਤਾਂ ਅਸੀਂ ਇਹ ਵੀ ਕਿਹਾ ਸੀ ਵੀ ਕਮੇਟੀਆਂ ਬਣਾਓ ਸਬ ਡਿਵੀਜ਼ਨ ਲੈਵਲ ਦੀਆਂ, ਡਿਸਟ੍ਰਿਕਟ ਲੈਵਲ ਦੀਆਂ। ਉਹ ਜਦੋਂ ਜਿਵੇਂ ਰਾਸ਼ਨ ਦੇ ਵਿੱਚ ਐਡਾ ਵੱਡਾ ਘਪਲਾ ਆਇਆ, ਉਹ ਇਕੱਲੇ ਕਾਂਗਰਸੀ ਜਿਹੜੇ ਆਪਦੇ ਐਮਸੀ ਦੀਆਂ ਵੋਟਾਂ ਪੱਕੀਆਂ ਕਰੀ ਜਾਂਦੇ ਆ, ਕੋਈ ਭੁੱਖਾ ਮਰਦਾ ਤਾਂ ਮਰੀ ਜਾਂਦਾ। ਠੀਕ ਹੈ, ਸੰਧੂ ਸਾਹਿਬ ਸਾਡੇ ਨਾਲ ਹੈਗੇ ਨੇ ਫੋਨ ਲਾਈਨ ਤੇ। ਸੰਧੂ ਸਾਹਿਬ ਜਵਾਬ ਚਾਹਾਂਗੇ ਇਹਦੇ ਉੱਤੇ। ਉਹੀ ਗੱਲ ਹੋ ਰਹੀ ਹੈ ਕਿ ਜਿੱਥੇ ਜ਼ਰੂਰਤ ਅਜੇ ਨਹੀਂ ਦਿਖ ਰਹੀ, ਹੋ ਸਕਦਾ ਮਹੀਨੇ ਨੂੰ ਜ਼ਰੂਰ ਦਿਖੇ, ਜਦੋਂ ਪੀਕ ਤੇ ਹੋਏਗਾ, ਸਤੰਬਰ 'ਚ ਪੀਕ ਤੇ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਉਸ ਦੇ ਲਈ ਕਿ ਵਾਕਈ ਸਾਡੇ ਕੋਲ ਤਿਆਰੀਆਂ ਮੁਕੰਮਲ ਹੈਗੀਆਂ ਨੇ ਕਿ ਪ੍ਰਾਈਵੇਟ ਹਸਪਤਾਲਾਂ ਵੱਲ ਤਾਂ ਨਹੀਂ ਦੇਖਣਾ ਹੋਏਗਾ ਪੰਜਾਬ ਦੇ ਲੋਕਾਂ ਨੂੰ। ਗੌਰਵ ਜੀ ਇੱਕ ਨਾ ਸੰਧੂ ਸਾਹਿਬ ਤੋਂ ਹੋਰ ਜਵਾਬ ਨਾਲ ਹੀ ਦੇ ਦੇਣ, ਕੋਹਲੀ ਸਾਹਿਬ ਦੇ ਪਰਿਵਾਰ ਨੂੰ ਦਿੱਤਾ ਜਾਂ ਬਾਕੀ ਜਿਹੜੇ ਵਾਰੀਅਰ ਸੀ ਦਿੱਤਾ, ਬਹੁਤ ਚੰਗੀ ਗੱਲ ਹੈ। ਕੀ ਡਰਾਈਵਰ ਮਨਜੀਤ ਸਿੰਘ ਨੂੰ ਵੀ 50 ਲੱਖ ਰੁਪਇਆ ਪੂਰਾ ਦਿੱਤਾ ਕਿ ਨਹੀਂ ਦਿੱਤਾ, ਜਿਹੜਾ ਕਿ ਗਰੀਬ ਵਿਚਾਰਾ ਉਹ ਸ਼ਰਧਾਲੂਆਂ ਨੂੰ ਲੈਣ ਗਿਆ, ਰਸਤੇ 'ਚ ਮਾਰਿਆ ਗਿਆ ਸੀ? ਸੰਧੂ ਸਾਹਿਬ ਜੀ ਸੰਧੂ ਸਾਹਿਬ ਜੀ। ਗੌਰਵ ਜੀ ਆਪਾਂ ਗੱਲ ਸ਼ੁਰੂ ਕਰਦੇ ਹਾਂ ਪ੍ਰੀਪੇਅਰਡਨੈਸ। ਜੀ ਬਿਲकुल ਸਰ, ਹਰ ਲੈਵਲ ਤੇ ਪ੍ਰੀਪੇਅਰਡਨੈਸ ਹੈ। ਐਕਸਪਰਟ ਕਮੇਟੀ ਡਾਕਟਰ ਜਿਹੜੇ ਸਾਡੇ ਤਲਵਾਰ ਹੈ ਉਹਦੇ ਅੰਡਰ, ਕਮਿਊਨਿਟੀ ਮੈਡੀਸਨ ਦੇ ਡਾਕਟਰ ਜਿਹੜੇ ਸਾਡੀ ਹੈਲਥ ਡਿਪਾਰਟਮੈਂਟ ਦੇ ਵਿੱਚ ਡਾਕਟਰ ਸਾਹਿਬਾਨ ਤੇ ਜਿਹੜੇ ਬਿਊਰੋਕਰੇਟ ਆਫੀਸਰ ਸਾਹਿਬਾਨ ਹੈ, ਲਗਾਤਾਰ ਕੋਵਿਡ ਦੀ ਪ੍ਰੀਪੇਅਰਡਨੈਸ ਨੂੰ ਲੈ ਕੇ ਸੀਐਮ ਸਾਹਿਬ ਦੇ ਅੰਡਰ ਇਹਨਾਂ ਦੀ ਮੀਟਿੰਗਾਂ ਚੱਲਦੀਆਂ। ਅੱਜ ਵੀ ਹੋ ਕੇ ਹਟੀ ਹੈ।
ਪ੍ਰੀਪੇਅਰਡਨੈਸ ਦੀ ਗੱਲ ਕਰਦੇ ਹੋ, ਪਹਿਲਾਂ 1000 ਬੈੱਡ, ਫਿਰ 5000 ਬੈੱਡ, ਫਿਰ 10000 ਬੈੱਡ ਤੱਕ ਦੀ ਤਿਆਰੀ, ਭਾਵੇਂ ਵੈਂਟੀਲੇਟਰ ਭਾਵੇਂ 5 ਸੀ 10 ਸੀ, ਹੁਣ 500 ਤੱਕ ਦੀ ਤਿਆਰੀ। ਗੱਲ ਇਹ ਤਿਆਰੀ ਦੇ ਵਿੱਚ ਕੋਈ ਕਮੀ ਨਹੀਂ। ਪ੍ਰੋਬਲਮ ਕੀ ਹੈਗੀ ਹੈ, ਕਿਉਂਕਿ ਇਹ ਕਹਿੰਦਾ ਆਲ ਇਜ਼ ਵੈਲ, ਆਲ ਇਜ਼ ਵੈਲ ਇਸ ਤਰ੍ਹਾਂ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਦੂਰ ਅੰਦੇਸ਼ੀ ਸੋਚ ਨੇ ਇਸ ਤਿਆਰੀ ਨੂੰ ਇਸ ਤਰੀਕੇ ਨਾਲ ਉਹ ਕੀਤਾ। ਕਰਫਿਊ ਲਾਉਣ ਤੋਂ ਲੈ ਕੇ ਅਨਲੌਕ ਨੂੰ ਲੈ ਕੇ ਜਿਹੜੀਆਂ ਹੁਣ ਤੱਕ ਚੀਜ਼ਾਂ ਕਰਦੇ ਆਏ ਹੈ, ਇਹੀ ਕਾਰਨ ਹੈ ਕਿ ਪੰਜਾਬ ਅੱਜ ਵੀ ਪਹਿਲੇ 3 ਜਾਂ 4 ਰਾਜਾਂ ਚ ਆਉਂਦਾ ਹਰ ਪਾਸਿਓਂ ਪ੍ਰੀਪੇਅਰਡਨੈਸ ਨੂੰ ਲੈ ਕੇ। ਜਦੋਂ ਆਪਾਂ ਨੂੰ ਕੋਈ ਗੱਲ ਨਹੀਂ ਮਿਲਦੀ, ਹੁਣ ਇਹਨਾਂ ਨੇ ਕਿਹਾ 6000 ਕਰੋੜ ਦੀ ਗੱਲ ਕੀਤੀ। ਇਹ ਮੇਰੀ ਤੇ ਡਾਕਟਰ ਚੀਮਾ ਦੀ ਇਸ ਵਿਸ਼ੇ ਤੇ ਬਹੁਤ ਵਾਰੀ ਡਿਸਕਸ਼ਨ ਤੁਹਾਡੇ ਚੈਨਲ ਰਾਹੀਂ ਹੋ ਚੁੱਕੀ ਹੈ, ਔਰ ਮੈਂ ਵਾਰੀ ਕਿਹਾ ਸੀ ਸੰਧੂ ਸਾਹਿਬ ਮੈਂ ਇੱਕ ਹੋਰ ਛੋਟੀ ਐਡ ਕਰਵਾਉਣਾ ਨਹੀਂ, ਇਹ ਕਹਿ ਰਹੇ ਨੇ ਕਿ ਫਿਰ ਤੁਸੀਂ ਕੇਂਦਰ ਤੋਂ ਪੈਸਾ ਕਿਉਂ ਕਹਿੰਦੇ ਹੋ ਕਿ ਕੇਂਦਰ ਸਾਡੀ ਮਦਦ ਨਹੀਂ ਕਰ ਰਿਹਾ, ਕਿ ਆਲਰੇਡੀ ਜੇ ਸਭ ਕੁਝ ਹੈਗਾ ਇੱਥੇ ਫਿਰ ਕਿਹਾ ਜਾਂਦਾ ਖਜ਼ਾਨੇ 'ਚ ਪੈਸਾ ਨਹੀਂ ਹੈ। ਕੱਲਾ ਆਪਾਂ ਕੋਵਿਡ ਦੀ ਲੜਾਈ ਤੇ ਰੱਖਣਾ ਹੈਗਾ, ਜਿਹੜੀ ਡਿਪ ਆਇਆ ਹੈਗਾ, ਜਿਹੜਾ ਵਿੱਤੀ ਆਪਾਂ ਨੂੰ ਸੰਕਟ ਇਹ ਛੱਡ ਕੇ ਗਏ ਸੀ ਤੇ ਉਸ ਤੋਂ ਬਾਅਦ ਕੋਵਿਡ ਕਰਕੇ ਆ ਗਿਆ, ਉਸ ਪ੍ਰਤੀ ਸੈਂਟਰ ਦੀ ਕੋਈ ਰਿਸਪੌਂਸਿਬਿਲਟੀ ਨਹੀਂ। ਜਿਹੜਾ ਸਾਡੇ ਹਿੱਸੇ ਦਾ GST ਨਹੀਂ ਅਜੇ ਤੱਕ ਸਾਨੂੰ ਮਿਲਿਆ, ਜੇ ਅਸੀਂ ਉਹ ਮੰਗ ਰਹੇ ਹਾਂ ਤਾਂ ਉਹ ਸਾਡਾ ਮੰਗਣਾ ਸਾਡੀ ਜ਼ਰੂਰਤ ਨਹੀਂ ਹੈਗੀ। ਮਤਲਬ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਜੀ? ਠੀਕ ਹੈ, ਤੁਹਾਡੇ ਪੁਆਇੰਟ ਲਾਜ਼ਮੀ ਤੌਰ ਤੇ ਜਾਇਜ਼ ਹੈਗੇ ਨੇ, ਹਰ ਕੋਈ ਆਪਣੀ ਆਪਣੀ ਦਲੀਲ ਰੱਖ ਰਿਹਾ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ। ਅਰੋੜਾ ਸਾਹਿਬ ਤੇ ਚਾਵਲਾ ਜੀ, ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ। ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਅਸੀਂ ਰੁਕ ਰਹੇ ਹਾਂ। ਚਰਚਾ ਅਸੀਂ ਕਰ ਰਹੇ ਹਾਂ ਅੱਜ ਕਿ ਜਿਹੜੇ ਪੈਸੇ ਇਕੱਠੇ ਹੋਏ ਲੋਕਾਂ ਦੇ ਦਾਨ ਦੇ ਨਾਲ, ਫੰਡ ਦੇ, ਉਹ ਖਰਚ ਕਿਉਂ ਨਹੀਂ ਕੀਤੇ ਗਏ। ਸਾਡੇ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਮਹਿਮਾਨ ਨੇ ਤੇ ਨਾਲ ਹੀ ਸੀਨੀਅਰ ਜਰਨਲਿਸਟ ਵੀ ਸਾਡੇ ਨਾਲ ਨੇ, ਅਸ਼ਵਨੀ ਚਾਵਲਾ ਜੀ। ਚਾਵਲਾ ਜੀ, ਮੈਂ ਇੱਕ ਹੋਰ ਤੁਹਾਡੇ ਤੋਂ ਰਿਐਕਸ਼ਨ ਚਾਹਾਂਗਾ। ਤੁਹਾਡੀ ਆਵਾਜ਼ ਬਹੁਤ ਕੱਟ ਕੇ ਸਾਡੇ ਤੱਕ ਪਹੁੰਚ ਰਹੀ ਸੀ। ਇਹ ਸਮਝਣਾ ਚਾਹੁੰਦਾ ਕਿ ਇਹ ਸਿੱਧਾ ਜਿਸ ਬੈਂਕ ਦੇ ਵਿੱਚ ਲੋਕਾਂ ਦਾ ਪੈਸਾ ਆ ਰਿਹਾ ਸੀ ਉੱਥੇ ਹੀ ਅੱਜ ਰੱਖਿਆ ਗਿਆ ਹੈ, ਜਾਂ ਸਰਕਾਰ ਨੇ ਕਿਸੇ ਹੋਰ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ? ਇਸ ਬਾਰੇ ਵੀ ਕੋਈ RTI ਦੇ ਜ਼ਰੀਏ ਜਾਣਕਾਰੀ ਤੁਹਾਨੂੰ ਮਿਲੀ ਹੋਵੇ? ਚਾਵਲਾ ਜੀ, ਆਵਾਜ਼ ਆ ਰਹੀ ਹੈ? ਪਹਿਲੇ ਨਹੀਂ ਆ ਰਹੀ ਸੀ ਮੇਰੇ ਕੋਲ। ਜੀ ਪਲੀਜ਼, ਮੈਂ ਇਹ ਸਮਝਣਾ ਚਾਹੁੰਦਾ ਕਿ ਜਿਸ ਅਕਾਊਂਟ ਦੇ ਵਿੱਚ ਪੈਸਾ ਆ ਰਿਹਾ ਸੀ ਸਰਕਾਰ ਦਾ, ਉੱਥੇ ਹੀ ਰੱਖਿਆ ਗਿਆ ਜਾਂ ਕਿਸੇ ਹੋਰ ਅਕਾਊਂਟ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਜਿਹੜਾ 64 ਕਰੋੜ ਦਾ ਜ਼ਿਕਰ ਹੋ ਰਿਹਾ? ਨਹੀਂ, ਪਹਿਲੇ ਜਿਹੜਾ ਸਟੇਟ ਗਵਰਨਮੈਂਟ ਨੇ ਇੱਕ CM ਰਿਲੀਫ ਫੰਡ ਬਣਾਇਆ ਸੀਗਾ, ਉਹ ਬਣਾਇਆ ਹੋਇਆ ਸੀ ਉਹਨਾਂ ਨੇ ਕੋਆਪਰੇਟਿਵ ਬੈਂਕ ਚ, ਜਿਹੜੇ ਬੈਂਕ ਸਾਰਾ ਪੈਸਾ ਹੈ ਫਸਟ ਡੇ ਤੋਂ HDFC ਬੈਂਕ ਦੇ ਵਿੱਚ ਹੀ ਪੈਸਾ ਆ ਰਿਹਾ, ਤੇ ਜਿਹੜੀ 2 ਐਂਟਰੀਜ਼ ਦਿੱਤੀ ਗਈਆਂ ਉਹ HDFC ਵਿੱਚੋਂ ਹੀ ਦਿੱਤੀ ਗਈਆਂ ਨੇ, ਤੇ ਇਸ ਟਾਈਮ 64 ਕਰੋੜ ਰੁਪਇਆ HDFC ਬੈਂਕ ਚ ਬੈਲੈਂਸ ਪਿਆ। ਠੀਕ ਹੈ, ਅਰੋੜਾ ਜੀ, ਮੈਂ ਇੱਕ ਤੁਹਾਡਾ ਫਾਈਨਲ ਕਮੈਂਟ ਚਾਹੂੰਗਾ ਕਿ ਜੋ ਸਰਕਾਰ ਦੇ ਨੁਮਾਇੰਦੇ ਦੇ ਵੱਲੋਂ ਤਰਕ ਦਿੱਤੇ ਜਾ ਰਹੇ ਨੇ ਕਿ ਸਾਡਾ ਸਭ ਕੁਝ ਆਲ ਇਜ਼ ਵੈਲ ਹੈ, ਪੂਰੇ ਅਸੀਂ ਇੰਤਜ਼ਾਮ ਕੀਤੇ ਨੇ, ਜ਼ਰੂਰਤ ਪਈ ਤਾਂ ਪੈਸਾ ਖਰਚਾਂਗੇ। अमन जी, आवाज आ रही है मेरी? हेलो, हाँ चावला, हेलो आ रही है जी? जी गौरव जी अमन जी, आवाज आ रही है, तुसी कंप्लीट कर लो, समा बहुत घट। मैं ਦੁਬਾਰਾ ਕਹੂੰਗਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੇ ਪੈਸੇ ਦੀ ਲੋੜ ਨਾ ਹੀ ਪਵੇ, ਪਰ ਲੋਕਾਂ ਨੇ ਜਿਹੜਾ ਦਾਨ ਦਿੱਤਾ ਸੀਗਾ ਉਹ ਕੋਵਿਡ ਦੀ ਲੜਾਈ ਲੜ ਲਈ ਦਿੱਤਾ ਸੀਗਾ, ਨਾ ਕਿ HDFC। ਹੁਣ ਇਹਦੇ ਚ ਇੱਕ ਹੋਰ ਜੋ ਚਾਵਲਾ ਜੀ ਨੇ ਗੱਲ ਦੱਸੀ ਹੈ, ਇਹ ਬਹੁਤ ਵੱਡਾ ਮੇਜਰ ਪੁਆਇੰਟ ਹੈ। ਤੁਸੀਂ ਕੋਆਪਰੇਟਿਵ ਬੈਂਕ ਤੋਂ ਜੇ ਪੈਸਾ HDFC ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤੇ ਉਹ ਕਰੰਟ ਅਕਾਊਂਟ ਜਾਂ ਸੇਵਿੰਗ ਅਕਾਊਂਟ ਦੇ ਵਿੱਚ ਰੱਖਿਆ ਹੋਏਗਾ, ਤੇ 64 ਕਰੋੜ ਰੁਪਏ ਦਾ ਮੈਂ ਸਮਝਦਾ ਜਾਂ ਤਾਂ ਬਣਾਈ ਹੁੰਦੀ ਨਾ ਇਹਨਾਂ ਨੇ FD ਬਣਾ ਕੇ ਰੱਖਿਆ ਹੁੰਦਾ, ਤੇ ਉਹਦਾ ਜਿਹੜਾ ਵਿਆਜ ਹੈ ਉਹ ਪੰਜਾਬ ਸਰਕਾਰ ਨੂੰ ਆ ਰਿਹਾ ਹੁੰਦਾ। ਇਹਦਾ ਮਤਲਬ ਜੇ 8-9% ਵੀ ਲਾ ਲਓ ਤੇ 64 ਕਰੋੜ ਦੇ ਉੱਪਰ 50 ਲੱਖ ਰੁਪਏ ਦਾ ਮਹੀਨੇ ਦਾ ਨੁਕਸਾਨ ਹੈ, ਜਿਹੜਾ ਉਹ ਪੰਜਾਬ ਸਰਕਾਰ ਸਿਰਫ HDFC ਬੈਂਕ ਨੂੰ ਖੁਸ਼ ਕਰਨ ਦੇ ਲਈ ਕਰ ਰਹੀ ਹੈ। ਤੇ ਜਾਂ ਤਾਂ ਫਿਰ ਇਹ ਕੋਆਪਰੇਟਿਵ ਬੈਂਕ ਜਿਹੜਾ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸੰਧੂ ਸਾਹਿਬ, ਮੈਂ ਇੱਕ ਫਾਈਨਲ ਕਮੈਂਟ ਚਾਹੂੰਗਾ ਇਹਦੇ ਉੱਪਰ ਵੀ, ਜਿਹੜਾ ਅਕਾਊਂਟ ਦੇ ਵਿੱਚ ਤਬਦੀਲ ਕੀਤਾ ਗਿਆ, ਇੱਕ ਅਕਾਊਂਟ ਤੋਂ ਦੂਜੇ ਅਕਾਊਂਟ 'ਚ ਭੇਜ ਦਿੱਤਾ ਗਿਆ। 20 ਸੈਕਿੰਡਸ ਹੈ ਸਰ ਮੇਰੇ ਕੋਲ। ਸੰਧੂ ਸਾਹਿਬ, ਜੇਕਰ ਆਵਾਜ਼ ਆ ਰਹੀ ਹੋਵੇ। ਦੇਖੋ, ਮੈਂ ਤਾਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਸਾਰਾ ਕੁਝ ਜਿਹੜਾ ਇਨਫੋਰਮੇਸ਼ਨ ਅਵੇਲੇਬਲ ਹੈ, PM ਦੇ ਜਿਹੜਾ ਫੰਡ ਦੀ 1 ਰੁਪਿਆ ਆਪਾਂ ਨੂੰ ਅਵੇਲੇਬਲ ਨਹੀਂ। ਜੇ ਕੋਆਪਰੇਟਿਵ ਬੈਂਕ 'ਚ HDFC ਬੈਂਕ ਦੇ ਵਿੱਚ ਸ਼ਿਫਟ ਹੋਇਆ, ਪ੍ਰੋਬੇਬਲੀ ਬੈਟਰ ਇੰਟਰਸਟ ਰੇਟ ਨਾ ਹੋਇਆ ਹੋਵੇ, ਕਿਸ ਤਰੀਕੇ ਨਾਲ ਹੋਇਆ, ਕਿਸ ਤਰਜ ਨਾਲ ਹੋਇਆ, ਉਹ ਮਤਲਬ ਨਹੀਂ। ਮਕਸਦ ਇਹ ਹੈ ਕਿ ਉਹ ਪੈਸਾ ਆਇਆ ਔਰ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਹੋਵੇ। ਚਲੋ ਠੀਕ ਹੈ ਸਰ, ਉਮੀਦ ਕਰਾਂਗੇ। ਮੈਂ ਮਾਫੀ ਚਾਹੁੰਦਾ, ਤੁਹਾਨੂੰ ਵਿਚਾਲੇ ਰੋਕ ਰਿਹਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸੰਧੂ ਸਾਹਿਬ, ਤੁਹਾਡਾ ਵੀ ਧੰਨਵਾਦ।
ਅਸੀਂ ਇਸੇ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵਾਕਈ ਇਸ ਸਮੇਂ ਹਾਲਾਤ ਅਜਿਹੇ ਨਹੀਂ ਹੈਗੇ ਕਿ ਉਹ 64 ਕਰੋੜ ਰੁਪਏ ਖਰਚ ਕੀਤਾ ਜਾਵੇ ਜਾਂ ਹੋਰ ਲੋਕਾਂ ਨੂੰ ਕਿਹਾ ਜਾਵੇ ਕਿ ਠੀਕ ਹੈ ਤੁਸੀਂ ਜਿਹੜੀ ਸਰਕਾਰ ਦੀ ਮਦਦ ਕਰਦੇ ਰਹੋ। ਪਰ ਦੂਜੇ ਪਾਸੇ ਪੁਆਇੰਟ ਇਹ ਵੀ ਹੈ ਕਿਉਂਕਿ ਸਰਕਾਰ ਤਰਕ ਦੇ ਰਹੀ ਹੈ ਕਿ ਅਸੀਂ ਇੰਤਜ਼ਾਮ ਮੁਕੰਮਲ ਕੀਤੇ ਹੋਏ ਨੇ, ਤਾਂ ਜੇਕਰ ਅੱਗੇ ਜਾ ਕੇ ਅਗਸਤ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਹਾਲਾਤ ਹੋਰ ਵਿਗੜਦੇ ਨੇ ਕਰੋਨਾ ਦੇ ਹੀ, ਤਾਂ ਕਿ ਉਸ ਦੇ ਲਈ ਵੀ ਇੰਤਜ਼ਾਮ ਸਾਡੇ ਕੋਲ ਮੁਕੰਮਲ ਹੈਗੇ ਨੇ। ਵੈਂਟੀਲੇਟਰ ਤੋਂ ਲੈ ਕੇ ਹਸਪਤਾਲਾਂ ਤੱਕ, ਕੋਵਿਡ ਵਾਰਡ ਤੱਕ ਇੱਕ ਵੱਡਾ ਸਵਾਲ ਹੈ ਸਰਕਾਰ ਦੇ ਦਾਅਵੇ ਕੁਝ ਵੀ ਹੋਣ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।